अस्सलाम वालेकुम नाज़रीन। प्रोग्राम आज हमारे के साथ आज थोड़ा हटके प्रोग्राम है सियासत से, क्योंकि हमारी सियासी सूरत हाल पे तो जितनी बात की जाए कम है। मैं कल एक देख रहा था सोशल मीडिया पे, एक बंदा लोगों की किस्मत बदल रहा था। जब उसे पूछा गया कि आप नमाज पढ़ते हो, तो उसने कहा जी पढ़ता हो। तो पूछा कि कितनी रिकत है नमाज की, जोर की शायद उसने पूछा। कहता ये मुझे नहीं पता, ये मौलवी बताएगा, हमें पता नहीं इन चीज़ों का। आज यकूब साहब हमारे साथ हैं, उनसे पूछेंगे कि ये हमारे लोग जो है इनको अपनी किस्मत का तो पता नहीं, लोगों की किस्मत ये बदलते हैं वहां पे बैठ के। जी यकूब साहब, ये जी। आपके इल्म में भी है, आप इतना पाकिस्तान में सफ़र करते रहे हैं। हम किन चक्रों में पड़ गए जो हमारे मज़हब में इजाज़त नहीं इन चीज़ों की। हम लोगों के की किस्मत तो बदलते हैं, मगर अपनी का बेड़ा गर्क हुआ होता है। आप क्या समझते हैं इस चीज़ को? ਜਾਂ ਆਪੂ ਸੜਕਾਂ ਦੇ ਬਹਿ ਕੇ ਤੇ ਉਹ ਤੋਤਾ ਨਾਲ ਲੈ ਕੇ ਬੈਠੇ ਹੁੰਦੇ ਨੇ ਤੇ ਉਹ ਦਿਹਾੜੀ ਸਾਰੀ ਘੋੜੇ ਨੇ ਰਿੱਧ ਇਹਨਾਂ ਕੋਲ ਪੈਂਦੀ ਅੱਜ ਕੱਲ ਤੇ ਘੋੜੇ ਘੱਟ ਹੋ ਗਏ ਨੇ ਲਾਹੌਰ 'ਚ। हम्म। ਇਸ ਲਈ ਮੈਂ ਨਵਾਂ ਲਾਹੌਰ ਗਿਆ ਨਾ, ਡਰਾਈਵਿੰਗ ਵੈਗਨ ਕਰਦਾ ਸੀ, ਬਾਈਕ ਡਰਾਈਵਿੰਗ, ਤੇ ਉਸ ਵੇਲੇ ਨਾ ਸੜਕਾਂ ਦੇ ਥਾਂ ਥਾਂ ਤੇ ਬੈਠੇ ਹੁੰਦੇ ਕਿਸਮਤ ਦੱਸਦੇ ਲੋਕਾਂ ਦੀ। हम्म। ਤੇ ਆਪਣੀ ਕਿਸਮਤ ਇਹ ਹੈ ਵੀ ਸੜਕੇ ਤੇ ਬੈਠੇ ਤੇ ਦਿਹਾੜੀ ਸਾਰੀ ਲਿੱਦ ਫਾਂਕਦੇ ਨੇ ਤੇ ਉੱਥੇ ਛੋਲੇ ਛੋਲੇ ਲੱਗ ਗਏ, ਜਿਹੜੀ ਉਹ ਰੇਹੜੀਆਂ ਵਾਲੇ ਹੁੰਦੇ ਉਹਨਾਂ ਤੇ ਵੀ ਉਹ ਘੋੜੇ ਦੀ ਲਿੱਦ ਪਈ ਹੁੰਦੀ, ਮਿੱਟੀ ਉੜ ਕੇ ਪੈਂਦੀ ਹੈ। हम्म। ਤੇ ਇਹ ਜਿਹੜੇ ਸਾਹਿਬ ਕੌਮ ਦੀ ਨਹੀਂ ਬਲਕਿ ਪੂਰੀ ਦੁਨੀਆ ਤੇ ਇਹ ਜਿਹੜੀ ਹੈ ਨਾ ਇਹ ਬਿਮਾਰੀ ਫੈਲੀ ਹੈ। ਇਹ ਜਿਹੜੇ ਫਰਾਡੀਏ ਨੇ ਹਰ ਦੌਰ 'ਚ ਰਹੇ ਨੇ ਔਰ ਲੋਕਾਂ ਨੂੰ ਹੱਥ ਵੀ ਲੱਗਦੇ ਨੇ, ਜ਼ਬਰਦਸਤ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਨੇ, ਲੋਕਾਂ ਦੀਆਂ ਬੱਚੀਆਂ ਅਗਵਾ ਕਰਕੇ ਲੈ ਜਾਂਦੇ ਨੇ। ਲੇਕਿਨ ਉਹਦੇ ਬਾਵਜੂਦ ਵੀ ਤੁਸੀਂ ਤੱਕ ਲਓ ਕਿ ਜ਼ਰਦਾਰੀ ਤੱਕ ਤੇ ਜਿਹੜਾ ਇਹ ਗਧਾ ਇਹ ਲੁਹਾਰ ਇਹ ਵੀ ਇਹਨਾਂ ਲੋਕਾਂ ਨੇ ਵੀ ਪੀਰ ਮੱਲੇ ਨੇ। ਦੱਸੋ ਮੈਨੂੰ ਕਿਹੜਾ ਪੀਰ ਹੈ ਜਿਹੜਾ ਕਿਸਮਤ ਦੇ ਹਾਲ ਦੱਸਦਾ ਹੈ? ਕੋਈ ਨਜੂਮੀ ਨੇ, ਇੱਕ ਸਾਡੇ ਆਮਦਾ ਚੈਨਲ ਤੇ ਪਾਕਿਸਤਾਨੀ ਦੇ ਸਮੀ ਇਬਰਾਹਿਮ ਸਾਹਿਬ ਬੁਲਾਉਂਦੇ ਨੇ ਇੱਕ ਬੰਦੇ ਨੂੰ, ਉਹ ਚਕਵਾਲ ਦਾ ਕੋਈ ਬਾਬਾ, हम्म। ਤੇ ਉਹ ਵੀ ਦੱਸਦਾ ਕਿ ਹੁਣ ਇਹ ਹੋਣਾ ਇਹ ਹੁਣ ਕੋਈ ਗੱਲ ਨਹੀਂ। ਸਾਰੇ ਸ਼ੇਖ ਰਸ਼ੀਦ ਦੇ ਨਾਲ ਦੇ ਜੇ। ਇਹ ਹੁਣ 2 ਸਾਲ ਹੋ ਗਏ, ਮੈਂ ਸ਼ੇਖ ਰਸ਼ੀਦ ਨੂੰ 1 ਮਹੀਨੇ ਦਾ ਟਾਈਮ ਦਿੰਦਾ ਜੇ, ਇਹ ਮਹੀਨੇ 'ਚ ਨਵਾਂ ਕੰਮ ਹੋ ਜਾਣਾ, ਇਸ ਮਹੀਨੇ 'ਚ ਹੋ ਜਾਣਾ। ਹੁਣ ਇਹ ਪਿਆ ਦਾ ਕਿ ਇਹ ਅੱਜ ਮੈਂ ਸੁਣਦਾ ਸੀ ਸਵੇਰੇ ਪਿਆ ਆਦਾ ਸੀ ਕਿ ਇਨਸ਼ਾਅੱਲਾ ਇਹ ਜਿਹੜਾ ਮਹੀਨਾ ਨਾ 31 ਤੋਂ ਪਹਿਲਾਂ ਫੈਸਲਾ ਹੋ ਜਾਏਗਾ। ਦਵਾਈ ਖੁਦਾ, ਲੋਕਾਂ ਨੂੰ ਸ਼ਰਮ ਨਹੀਂ ਆਉਂਦਾ, ਇਹ ਰੋਜ਼ ਟੀਵੀ ਤੇ ਆ ਜਾਂਦਾ। ਇਹ ਦੂਜਾ ਸਾਲ ਇਹ ਮਹੀਨੇ ਤਾਰੀਖ ਦਿੰਦਾ ਜੀ ਹੈ। अच्छा गल सुनो मेरी, ये दसो कि असी मुसलमान हाँ, अल्लाह ताला ते यकीन है साडा कि रिजक अल्लाह ताला ने देना। फिर जाके कबरां दे उत्ते असी मंगने आ, फिर असी जाके इन्हां जिस तरह तुसीं दस्सिया, अगर तुसीं मुल्तान च चल जाओ तो उत्थे अपने जिहड़ा यूसुफ रज़ा गिलानी है या दूसरा जिहड़ा जे तुहाडा अपना शाह महमूद कुरैशी ਸ਼ਾਹ है, ਮੁਹੰਮਦ ਕੁਰੈਸ਼ੀ ਸਾਹਿਬ। हाँ जी, झंग च चल जाओ तो उत्थे ਉਹ ਦੂਜਾ ਕੀ ਨਾਂ ਉਹਦਾ, ਸਾਲਹਿयात, और दूसरे तीसरे फिर हीर रांझा दे उत्थे कबर ते बैठे दे रहे, कोई इधर बैठे। ये कौम ਤੁਹਾਡਾ ਕੀ ख्याल है कि शिरक च मुबतला हो चुकी है? ਜੇ ਅੱਜ ਦੀ ਨਹੀਂ ਜੀ, ਇਹ ਤੇ ਜਦੋਂ ਦੀ ਮਤਲਬ ਕਹਿੰਦੇ ਸਦੀਆਂ ਲੰਘ ਗਈਆਂ ਨੇ, ਸ਼ਿਰਕ ਤੇ ਬੈਠੇ ਨੇ। ਅੱਲਾ ਦੇ ਜਿਹੜੇ ਔਲੀਆ ਅੱਲਾ ਨੇ ਉਹ ਬਰਕ ਨੇ, ਸੱਚੇ ਆਏ। ਉਹਨਾਂ ਨੇ ਜੋ ਖੁਦ ਫਰਮਾਇਆ ਸੀ ਨਾ, ਜਦ ਤੱਕ ਉਹ ਦੁਨੀਆ ਤੇ ਤਸ਼ਰੀਫ ਫਰਮਾ ਸਨ ਤੇ ਉਹ ਲੋਕਾਂ ਨੂੰ ਦੇਖੋ ਨਾ, ਇੰਡੀਆ 'ਚ ਕਰੋੜਾਂ ਮੁਸਲਮਾਨ ਹੋਏ ਨੇ ਤੇ ਇਹ ਕੋਈ ਬਾਹਰੋਂ ਨਹੀਂ ਆਏ, ਨਾ ਇਹ ਅਰਬਾਂ 'ਚੋਂ ਆਏ ਨੇ ਤੇ ਨਾ ਕੋਈ ਸਾਰੇ ਪੰਜਾਬ 'ਚ ਗਏ ਨੇ। ਉੱਥੇ ਦੇ ਹੀ ਬੁੱਤ ਪਰਸਤ ਹਿੰਦੂ ਜਿਹੜੇ ਆਏ, ਉਹ ख्वाजा मोइनुद्दीन चिश्ती है जी, मेरी रहमत सरकार ਦੀ ਨਿਗਾਹ ਕਰਮ ਨਾਲ ਜਾਂ ख्वाजा ਨਿਜ਼ਾਮ ਲੋਹੀਆ ਨੂੰ, ਇਹ ਬੰਦੇ ਮੁਸਲਮਾਨ ਹੋਏ ਨੇ। ਉਸ ਤੋਂ ਬਾਅਦ ਜਿਹੜੇ ਹੁਣ ਉੱਥੇ ਬੈਠੇ ਨੇ ਨਾ, ਇਹ ਤੇ ਖਾਣ ਦਾ ਬਹਾਨਾ ਜੇ। ਉਹ ਉੱਥੇ ਤੁਸੀਂ ਕੋਈ ਸਾਡਾ ਮਜ਼ਹਬ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਬਈ, ਕੋਈ ਔਲੀਆ ਅੱਲਾ ਨਹੀਂ ਫਰਮਾਇਆ, ਕਿਸੇ ਨਬੀ ਰਸੂਲ ਸਾਹਬੀ ਰਸੂਲ ਜਾਂ ਹਜ਼ੂਰ ਪਾਕ ਨਹੀਂ ਫਰਮਾਇਆ ਤੁਸੀਂ ਕਬਰਾਂ ਤੇ ਜਾ ਕੇ ਮੰਗੋ, ਵਸੀਲਾ ਪਾ ਸਕਦੇ ਹੋ ਕਿਉਂਕਿ ਅੱਲਾ ਦੇ ਨਜ਼ਦੀਕ ਨੇ। ਤੁਸੀਂ ਜਾਓ, ਦੁਆ ਮੰਗੋ, ਫਾਤਿਹਾ ਸ਼ਰੀਫ ਪੜੋ, ਉਹਨਾਂ ਵਾਸਤੇ ਦੁਆ ਮੰਗੋ। ਅੱਲਾ ਨੂੰ ਦੁਆ ਦੀ ਲੋੜ ਨਹੀਂ ਹੈ, ਤੁਸੀਂ ਆਪਣੀ ਬਿਹਤਰੀ ਵਾਸਤੇ आखो ए अल्लाह दे नेक बुजुर्ग बंदे, अल्लाह ताला ने तुसीं नज़दीक हो, अल्लाह ताला तुहाडी सुनदा है। मेरी अर्ज़ है, मेरे वास्ते दुआ करो, अल्लाह ताला मेरे ते करम करे। अच्छा वैसे ਉਹ ਸਿਰਫ ਇਹ ਹੈ ਕਿ ਤੁਸੀਂ ਉਹਨਾਂ ਅੱਗੇ ਵਸੀਲਾ ਪਾ ਸਕਦੇ ਹੋ। नहीं, मगर मेरा ਤੁਹਾਡੇ इस गल वाला इख्तलाफ है, बुरा ना बनाना कि मेरा जिथे तक ज़ाती ख्याल है कि तुसीं जिहड़ी पहली गल कही वो तो बड़ी ज़बरदस्त की कि फातिहा पढ़ो, उन्हां दे लई, ਉਹਨਾਂ ਦੀ ਮਗਫਰਤ ਲਈ ਦੁਆ ਕਰੋ। ਉਹਨਾਂ ਨੂੰ ਵੀ ਦੁਆ ਦੀ ਜ਼ਰੂਰਤ ਹੈ ਤਾਂ ਕਿ ਉਹਨਾਂ ਦੇ ਲਈ ਅੱਲਾਹ ਤਾਲਾ ਬਿਹਤਰ ਰੰਗ 'ਚ ਅੱਛੇ ਸਮਾਨ ਪੈਦਾ ਕਰੇ। ਲੇਕਿਨ ਜਿਹੜੀ ਇਹ ਅਸੀਂ ਚੀਜ਼ ਕਹਿੰਦੇ ਹਾਂ ਨਾ ਕਿ ਅਸੀਂ ਕਬਰਾਂ 'ਤੇ ਜਾ ਕੇ ਤੇ ਮੰਗੀਏ ਕਿ ਇਹਨਾਂ ਦੀ, ਉਹ ਮੇਰਾ ਖਿਆਲ ਹੈ ਮੁਨਾਸਬ ਨਹੀਂ। ਉਹ ਮੁਰਦੇ ਨੇ ਕੀ ਦੇਣਾ ਤੁਹਾਨੂੰ? ਉਹ ਤੇ ਆਪ ਦੁਨੀਆ ਤੋਂ ਆਪਣੀ ਜ਼ਿੰਦਗੀ ਗੁਜ਼ਾਰ ਕੇ ਜਾ ਚੁੱਕਿਆ। ਕੀ ਖਿਆਲ? ਨਹੀਂ, ਮੈਂ अर्ज करना
ਮੈਂ ਇਹ ਅਰਜ਼ ਕਰਨਾ ਕਿ ਤੁਸੀਂ ਬਜਾ ਫਰਮਾ ਰਹੇ ਹੋ, ਲੇਕਿਨ ਆਪਣਾ ਆਪਣਾ ਸੋਚ ਹੈ, ਆਪਣਾ ਕੀਦਾ ਜਿਹੜਾ ਮੇਰਾ ਕੀਦਾ ਨਾ, ਜਾਂ ਜਿਸ ਮੁਰਸ਼ਿਦ ਨੂੰ ਮੈਂ ਫਾਲੋ ਕਰਨਾ, ਜਾਂ ਜਿਹੜੇ ਮਸਲਕ ਨੂੰ ਮੈਂ ਫਾਲੋ ਕਰਨਾ, ਸਾਡੇ ਅਸੀਂ ਹੁਣ ਅਗਰ ਕਬਰਾਂ 'ਚ ਲੱਭਦਾ ਕੁਝ ਨਾ ਹੋਵੇ, ਜਾਂ ਉਹਨਾਂ ਦੀ ਰੱਬ ਨਾ ਮੰਨਦਾ ਹੋਵੇ, ਅਸੀਂ ਮਦੀਨੇ ਸ਼ਰੀਫ ਕੇ ਲੈਣ ਜਾਂਦੇ ਹਾਂ ਤੇ ਖਾਨਾ ਕਾਬਾ ਕੇ ਲੈਣ ਜਾਂਦੇ, ਨਾ ਜਾਈਏ ਅਸੀਂ ਨਾ ਅੱਜ ਕਰੀਏ, ਫਾਇਦਾ ਹੀ ਕੋਈ ਨਹੀਂ, ਘਰ ਬਾਹਰ ਵੀ ਆਪਣੇ ਨਹੀਂ ਹਜ ਤੇ ਇੱਕ ਈਮਾਨ ਹੈ ਕਿ ਜਿਹੜੇ ਅੱਲਾ ਦੇ ਜਿਹੜੇ ਤੋਂ ਬਰਗੁਜ਼ੀਦਾ ਹਸਤੀਆਂ ਦੁਨੀਆ ਤੋਂ ਤਸ਼ਰੀਫ ਫਰਮਾਨ ਹੈ, ਉਹ ਕਬਰਾਂ 'ਚ ਜ਼ਿੰਦਾ ਨੇ, ਅੱਲਾਹ ਤਾਲਾ ਉਹਨਾਂ ਦੀ ਸੁਣਦਾ, ਉਹਨੂੰ ਰੱਬ ਰਿਜ਼ਕ ਵੀ ਦੇ ਰਿਹਾ, ਉਹ ਮੁਰਦਾ ਨਹੀਂ ਆ, ਅਸੀਂ ਮੁਰਦਾ ਵਾਂ, ਉਹ ਮੁਰਦਾ ਨਹੀਂ ਹੈ, ਉਹ ਜ਼ਿੰਦਾ ਹੈ, ਦੁਨੀਆ ਤੋਂ ਪਰਦਾ ਪੋਸ਼ ਨੇ, ਅੱਲਾਹ ਤਾਲਾ ਉਹਨਾਂ ਦੀ ਹਰ ਗੱਲ ਸੁਣਦਾ, ਅਗਰ ਨਾ ਸੁਣਦਾ ਹੋਵੇ ਤੇ ਪੂਰੀ ਦੁਨੀਆ ਦੇ, ਖਾਲੀ ਪਾਕਿਸਤਾਨ 'ਚ ਨਹੀਂ, ਤਮਾਮ ਅਰਬਾਂ ਵਿੱਚ, ਯੂਰਪ ਵਿੱਚ ਅੱਲਾਹ ਦੇ ਬੜੇ ਬੜੇ ਬਰਗੁਜ਼ੀਦਾ ਹਸਤੀਆਂ ਹਨ, ਉਹਨਾਂ ਦੀ ਅੱਲਾਹ ਤਾਲਾ ਸੁਣਦਾ। ਲੋਕ ਤਾਂ ਹੀ ਜਾਂਦੇ ਜੇ ਲੋਕਾਂ ਨੂੰ ਕੁਝ ਲੱਭਦਾ ਤੇ ਨਹੀਂ ਲੱਭਦਾ ਹੋਵੇ, ਸਾਡਾ ਈਮਾਨ ਨਾ ਹੋਵੇ, ਮਗਰ ਜਾਣ ਦਾ ਲੋੜ ਹੀ ਕੋਈ, ਉਹਨਾਂ ਕੋਲ ਨਾ ਮੰਗੋ, ਉਹਨਾਂ ਦਾ ਸਿਰਫ ਵਸੀਲਾ ਪਾ ਸਕਦੇ ਹੋ। ਹੁਣ ਇਹ ਲੋਕ ਸ਼ਿਰਕ ਕਰਦੇ ਨੇ ਬਹੁਤੇ, ਕਬਰਾਂ ਨੂੰ ਜਾ ਕੇ ਉੱਥੇ ਜਨਾਬ ਅਲੀ ਆਖਿਆ ਪੀਰਾ ਮੈਨੂੰ ਪੁੱਤਰ ਦੇ, ਪੀਰਾ ਮੈਨੂੰ ਦੌਲਤ ਦੇ, ਇੰਜ ਕਰ ਉਹ ਕਰ, ਮੇਰਾ ਇੰਜ ਹੋ ਜੇ, ਇਹ ਸਭ ਬਕਵਾਸ ਹੈ, ਦੁਆਈ ਖੁਦਾ ਦੀ ਜੇ, ਇਹ ਸਾਡਾ ਮਜ਼ਹਬ ਨਹੀਂ ਆਦਾ। ਮੈਂ ਬਜ਼ਾਤੇ ਖੁਦ ਜਾਣਾ, ਦਾਤਾ ਰੂਪ ਜਾਂਦਾ ਰਿਹਾ, ਅਗਰ ख्वाजा मौलवी चिश्ती जिबिल सरकार दरबार से मैं ना सलामत करना, फातिह हिल पढ़ना, दुआ मंगना, या मैं ना या अल्लाह दे वली अल्लाह, मैं तेरे दरबार से आया, तेरी अल्लाह तला सुनदा, तुहाडी जुबान च मुबारक है, साडी हाज़री कबूल फरमायो ते साडे वास्ते अल्लाह तला तुहाडे कोल असीं आए हैं, इसे वास्ते आए हैं कि अल्लाह तला दे तुसीं नज़दीक हो, तुहाडी खुदा सुनदा। अगर मैं सही दुआ कर रहा, जो दिल च मेरी नेक ख्वाहिशात है, वो ना मैं कदे दौलत मंगी जे, ना मैं कदों तो पुत्र मंगे जे, मैं जाना और मेरा ईमान है अल्लाह दे नेक बुजुर्ग ने इन्हां दी कबर ते हाज़री देनी जेहड़ी है ना, ਉਹ ਸਵਾਬ ਹੈ, ਬਸ ਸਵਾਬ ਹੈ। ਚਲੋ ਇਹ ਤੁਹਾਡਾ ਆਪਣਾ ਜੋ ਵੀ ਸੋਚ ਹੈ। ਅੱਛਾ ਹੱਜ ਦੇ ਨਾਲ ਤੁਸੀਂ ਮਿਲਾ ਦਿੱਤਾ, ਹੱਜ ਜਿਹੜਾ ਵਾ ਉਹਦੇ ਨਾਲ ਤੇ ਇਸ ਚੀਜ਼ ਦਾ ਕੋਈ ਤਲਕ ਨਹੀਂ ਹੈਗਾ, ਉੱਥੇ ਜਿਹੜੀ ਹੱਜ ਤੇ ਇੱਕ ਅਲੱਗਾ ਮੇਰਾ ਖਿਆਲ ਹੈ ਕਿ ਉਹ ਮੌਜੂ ਹੈ, ਤੇ ਉੱਥੇ ਕੋਈ ਕਬਰਾਂ ਦੇ ਉੱਤੇ ਜਾ ਕੇ ਇਹ ਦੁਆਵਾਂ ਤੇ ਨਹੀਂ ਮੰਗਦੇ ਨਾ ਲੋਕ ਜਾ ਕੇ ਉੱਤੇ। ਮੈਂ ਤੁਹਾਨੂੰ 2 ਮਿੰਟਾਂ 'ਚ ਜਨਾਬ ਅਲੀ, ਮੈਂ ਤੁਹਾਨੂੰ 2 ਮਿੰਟਾਂ 'ਚ ਇਹ ਦੱਸ ਸਕਣਾ ਵੀ ਜਾਣਾ ਜਾ ਖਾਨਾ ਕਾਬਾ ਜਿਹੜਾ ਇਹ ਅੱਲਾਹ ਤਾਲਾ ਦਾ ਹੁਕਮ ਆਇਆ ਹਜ਼ਰਤ ਇਬਰਾਹੀਮ ਸਲਾਮ ਨੂੰ, ਮੇਰਾ ਘਰ ਇੱਥੇ ਬਣਾਓ, ਉੱਥੇ ਜੰਗਲ ਵੀ ਬਾਣ ਸੀ, ਅੱਲਾਹ ਦੇ ਨਬੀਆਂ ਨੇ ਉਹ ਘਰ ਬਣਾਇਆ, ਔਰ ਬਣਾ ਕੇ ਉਹਨਾਂ ਦੱਸਿਆ ਜਿਸ ਪੱਥਰ ਤੇ ਉਹਨਾਂ ਖਲੋ ਕੇ ਵੀ ਉਹ ਬਣਾਇਆ, ਉਸ ਪੱਥਰ ਨੂੰ ਚੁੰਮਣਾ ਵੀ ਅੱਲਾਹ ਤਾਲਾ ਫਰਮਾਉਂਦਾ ਕਿ ਇਹ ਜੰਤੀ ਪੱਥਰ ਹੈ। ਉਸ ਤੋਂ ਇਲਾਵਾ ਗੱਲ ਇਹ ਹੈ ਕਿ ਉਸ ਵਕਤ ਤੱਕ ਅੱਜ ਨਹੀਂ ਹੁੰਦਾ ਜਦ ਤੱਕ ਤੁਸੀਂ ਅੱਲਾਹ ਦੇ ਉੱਥੇ ਜਿਹੜੇ ਸਫਾ ਮਰਵਾ ਚੱਕਰ ਲਾਉਂਦੇ ਹੋ, ਉਹ ਹਜ਼ਰਤ ਬੀਬੀ ਹਾਜਰਾ ਰਜ਼ੀ ਅੱਲਾਹ ਅਨਹਾ ਨੇ ਦੁਆ ਕਰਦੇ ਜੇ ਨਾ ਮਗਫਰਤ ਦੀ, ਇਸਮਾਈਲ अलैहिस्सलाम ਦੇ ਪੈਰ ਨਾਲ ਉਹ ਆਪੇ ਜ਼ਮਜ਼ਮ ਨਿਕਲੇ ਆ। ਨਹੀਂ ਲੇਕਿਨ ਉੱਥੇ ਤੇ ਦਵਾ ਹੀ ਤੁਸੀਂ ਆਪੇ ਜ਼ਮਜ਼ਮ ਪੀਂਦੇ ਹੋ, ਮੁਬਾਰਕ ਪਾਣੀ ਲਿਆਉਂਦੇ ਹੋ, ਉਹਨੂੰ ਖਲੋ ਕੇ ਪੀਣਾ ਸਵਾਬ ਹੈ, ਖਾਨੇ ਕਬਰ ਨੂੰ ਕਰਕੇ। ਤੇ ਉਹ ਇੱਕ ਅੱਲਾਹ ਦੇ ਵਲੀ ਹਜ਼ਰਤ ਇਸਮਾਈਲ अलैहिस्सलाम ਦੇ ਪੈਰ ਦੀਆਂ ਅੰਗੂਠੀ ਨਾਲ ਚਸ਼ਮਾ ਜਾਰੀ ਹੋਇਆ ਉੱਥੋਂ। ਨਹੀਂ ਉਹ ਤੇ ਠੀਕ ਹੈ, ਪਾਣੀ ਪੀਂਦੇ ਹੋ, ਮਗਰ ਕਬਰਾਂ ਦਾ ਇਹਦੇ ਨਾਲ ਨਹੀਂ ਤਲਕ ਹੱਜ ਦਾ। ਵੈਸੇ ਤੁਹਾਨੂੰ ਮੈਂ ਦੱਸਦਾ ਸੀ, ਸ਼ਾਇਦ ਤੁਸੀਂ ਇਹ ਥੋੜੀ ਜਿਹੀ ਤੇ ਰਿਸਰਚ ਕਰਨਾ, ਫਿਰ ਤੁਹਾਨੂੰ ਇਲਮ ਹੋ ਜਾਏਗਾ। ਅੱਛਾ ਚੱਲਨੇ ਪਾਕਿਸਤਾਨ ਨਾਲ ਦੁਬਾਰਾ ਹੀ। ਅੱਛਾ ਇਹ ਦੱਸੋ ਕਿ ਉੱਥੇ ਦਾਤਾ ਦਰਬਾਰ ਲੋਕ ਦੁਆ ਕਰਨ ਜਾਂਦੇ ਨੇ, ਅਗਲੇ ਦਿਨ ਮੈਂ ਦੇਖ ਰਿਹਾ ਸੀ ਕਿ ਉਹ ਕੁੜੀ ਕਹਿੰਦੀ ਹੈ ਕਿ ਮੈਂ ਦੁਆ ਕਰਨ ਗਈ, ਮੁਰਾਦ ਪੂਰੀ ਨਹੀਂ ਮੇਰੀ ਹੋਈ, ਉੱਥੋਂ ਮੈਨੂੰ ਗਵਾਹ ਕਰ ਲਿਆ, ਮੈਨੂੰ ਕੋਈ 7-8 ਵਾਰੀ ਵੇਚਿਆ ਉੱਥੋਂ ਚੁੱਕ ਕੇ ਨਾ, ਫਿਰ ਉਹ ਪਤਾ ਨਹੀਂ ਕਿੰਨੀ ਜਗ੍ਹਾ ਤੇ ਵਿਕੀ। ਅੱਛਾ ਉਹਦੀ ਫਿਰ ਕਿਉਂ ਨਹੀਂ ਮੁਰਾਦ ਪੂਰੀ ਹੋਈ, ਉਹਨੂੰ ਤੇ ਉੱਥੋਂ ਗਵਾਹ ਕਰ ਲਿਆ, ਇਹਦੇ ਬਾਰੇ 'ਚ ਕੀ ਕਹੋਗੇ? ਜਿਤਨੇ ਵੀ ਬੰਦੇ ਜਾਂਦੇ ਨੇ ਇਹਨਾਂ ਦਾ ਅਕੀਦਾ ਇਹ ਨਹੀਂ ਕਿ ਜ਼ਰੂਰੀ ਤੁਹਾਡੀ ਦੁਆ ਪੂਰੀ ਹੋਵੇ, ਲੇਕਿਨ ਤੁਹਾਡੀ ਅੱਲਾਹ ਦੇ ਘਰੋਂ ਦੁਆ ਕਬੂਲ ਹੁੰਦੀ ਹੈ ਕਿ ਤੁਸੀਂ ਵਾਕਈ ਤੁਹਾਡਾ ਅਕੀਦਾ ਠੀਕ ਹੈ, ਤੁਸੀਂ ਨੇਕ ਬੰਦੇ, ਤੁਸੀਂ ਮੇਰੇ ਦੁਨੀਆ ਦੇ ਭੇਜੇ ਹੋਏ ਯਾਰ ਦਾ ਇਤਰਾਮ ਕਰਦੇ ਹੋ। ਤੇ ਜਿਹੜੇ ਇਹ ਬੱਚੀਆਂ ਗਵਾਹ ਕਰਦੇ ਨੇ ਉਹ ਬਦਬਖਤ ਨੇ, ਰੱਬ ਨੇ ਉਹਨਾਂ ਨੂੰ ਰੋਜ਼ੀ ਦੇਣੀ ਹੈ, ਆਰਾਮ ਨਾ ਕਮਾਣ, ਗੁਨਾਹ ਨਾ ਕਰਨ, ਹਲਾਲ ਦੀ ਰੋਜ਼ੀ ਕਮਾ ਲੈਣ ਤਾਂ ਵੀ ਰੱਬ ਦੇਣੀ ਹੈ, ਰੱਬ ਵਾਅਦਾ ਕੀਤੇ ਹੈ। इन अल्लाह व रज़ाक़ु ज़ुल क़ुव्वतिल मतीन फरमांदा कि राज़िक़ मैं जिम्मेदार हां जी, ਉਹ ਆਰਾਮ ਦੀ ਕਮਾਈ ਦਾ ਦਾਤਾ ਸਾਹਿਬ ਨਹੀਂ ਕਹਿੰਦਾ ਕਿ ਤੁਸੀਂ ਆਰਾਮ ਕਰੋ, ਲੋਕਾਂ ਦੀ ਜੇਬਾਂ ਕੱਟੋ, ਲੋਕਾਂ ਦੀ ਕੁੜੀਆਂ ਗਵਾ ਕਰੋ, ਦਾਤਾ ਉਹ ਨਹੀਂ ਫਰਮਾਉਂਦੇ। ਨਹੀਂ ਮਗਰ ਇਹ ਤਾਂ ਤੁਹਾਡੀ ਆਪਣੀ ਮਰਜ਼ੀ ਹੈ, ਹਲਾਲ ਦੀ ਕਮਾ ਲਓ ਪਰ ਆਰਾਮ ਦੀ ਕਮਾ। ਨਹੀਂ ਮੇਰੀ ਗੁਜ਼ਾਰਿਸ਼ ਹੈ ਸੀ ਕਿ ਉਹ ਤੋਂ ਜਿਹੜੇ ਜਰਾਇਮ ਹੁੰਦੇ ਨੇ, ਤੁਹਾਨੂੰ ਪਤਾ ਹੈ ਨਾ ਜਿੱਥੇ ਪੀਰ ਫਕੀਰ ਬੈਠੇ ਦੇ ਨੇ ਸਾਡੇ, ਕਿੰਨੇ ਜਰਾਇਮ ਉੱਥੇ ਹੋ ਰਹੇ ਨੇ, ਇਹ ਪਤਾ ਕਿ ਨਹੀਂ ਪਤਾ? बड़े जराइम होंगे, बड़े जराइम, मैं कहना मरकज दे जराइम दा बाहर बैठे ने बुरे बंदे। अच्छा एक मीडिया ਦੀ ਗੱਲ ਬੱਚੀ ਦੀ ਆ ਗਈ ਹੈ ਨਾ, ਯਕੀਨ ਕਰੋ ਮੈਂ ਦਾਤਾ ਹਜ਼ੂਰ, ਮੈਂ ਲਾਹੌਰ ਸ਼ਹਿਰ 'ਚ ਮੇਰੀ ਜ਼ਿਆਦਾ ਜ਼ਿੰਦਗੀ ਘਰ ਮੈਂ ਖਾਲੀ ਪੈਦਾ ਹੋਇਆ,
ਲੇਕਿਨ ਮੇਰੀ ਜ਼ਿਆਦਾ ਜਿਹੜੀ ਜ਼ਿੰਦਗੀ ਹੈ ਨੇ 18 ਸਾਲ ਤੋਂ ਬਾਅਦ ਯੂਰਪ ਆਉਣ ਤੋਂ ਪਹਿਲੇ ਪਹਿਲੇ ਜਿਹੜੀ ਮੇਰੀ 25-30 ਸਾਲ ਜ਼ਿੰਦਗੀ ਹੈ ਉਹ ਸਾਰੀ ਲਾਹੌਰ ਹੀ ਲੰਗੀ ਸ਼ਹਿਰ ਵਿੱਚ ਹੀ ਮਜ਼ਦੂਰੀ ਕਰਦਿਆਂ। ਪਹਿਲਾਂ ਮੈਂ ਵੈਗਨ ਚਲਾਈ 1 ਸਾਲ ਤੋਂ, ਉਸ ਤੋਂ ਬਾਅਦ ਮੈਂ ਫਿਰ ਲਾਰੀ ਚਲਾਉਂਦਾ ਰਿਹਾ ਤੇ ਮੈਂ ਬੜਾ ਜਾਣਦਾ ਉੱਥੇ ਠੱਗਾਂ ਨੂੰ। ਲਾਹੌਰ ਹੈ ਇਸ ਵੇਲੇ ਮਰਕਜ਼ ਹੈ ਠੱਗਾਂ ਦਾ, ਬਦਮਾਸ਼ਾਂ ਦਾ, ਕਾਤਲਾਂ ਦਾ, ਲੇਕਿਨ ਨੇਕ ਬੰਦਿਆਂ ਦਾ ਵੀ ਮਰਕਜ਼ ਹੈ। ਨਹੀਂ, ਨੇਕ ਬੰਦਿਆਂ ਦਾ ਤੇ ਮਰਕਜ਼ ਹੈ, ਲੇਕਿਨ ਜ਼ਿਆਦਾ ਨੇਕ ਨਹੀਂ ਹੈ ਠੱਗ ਜਾਂ ਡਾਕੂ ਨੇ। ਚੋਖੇ ਠੱਗ ਤੇ ਡਾਕੂ ਦਾ ਅਕਸਰੀਅਤ ਬੁਰਿਆਂ ਦੀ ਹੈ। ਨੇਕ ਲੋਕ, ਮੈਂ ਦੱਸਣਾ ਕਰੋੜਾਂ ਦੀ ਆਬਾਦੀ ਲਾਹੌਰ 'ਚ, ਤੇ ਦਾਤਾ ਸਾਹਿਬ ਸਰਗੀ ਜਾਓ ਨਾ ਸੁਬਾਹ ਦੇ ਟਾਈਮ ਤੇ ਮਾਰ ਕੇ 250-300 ਨਮਾਜ਼ੀ ਹੁੰਦਾ ਜੀ ਸੁਬਾਹ। ਬਾਅਦ ਤੋਂ ਬਾਅਦ ਨਮਾਜ਼ੀ ਕੋਟਲੀ ਚਰਸੀ ਜਿਹੜੇ ਨੇ ਉਹ ਹਜ਼ਾਰਾਂ ਦੀ ਤਾਦਾਦ ਵਿੱਚ ਜੇ ਬੈਠੇ ਬਾਹਰ ਲੁੱਟਣੇ ਵਾਸਤੇ ਲੋਕਾਂ ਨੂੰ। ਨਹੀਂ ਤੇ ਫਿਰ ਇਹਦਾ ਮਤਲਬ ਕਿ ਗੱਲ ਤੇ ਫਿਰ ਉੱਥੇ ਹੀ ਆ ਗਈ ਨਾ, ਜਿੱਥੇ ਤੱਕ ਮੈਂ ਆਪਣੇ ਖਿਆਲਾਤ ਅਗਰ ਤੁਹਾਨੂੰ ਦੱਸਾਂ ਨਾ, ਜੋ ਮੇਰੇ ਜ਼ਿਹਨ 'ਚ ਕਿ ਤੁਸੀਂ ਦੁਆ ਕਰਨ ਜਾਓ, ਇਹੋ ਜਿਹੇ ਵੱਡੇ ਵੱਡੇ ਮਰਕਜ਼ ਬਣਾਉਣ ਦੀ ਜ਼ਰੂਰਤ ਨਹੀਂ। ਜਿੱਥੇ ਨੇਕ ਲੋਕ ਘੱਟ ਹੋਣਗੇ ਤੇ ਵੱਧ ਜ਼ਿਆਦਾ ਹੋਣਗੇ, ਤੇ ਉੱਥੇ ਕਿਸ ਤਰ੍ਹਾਂ ਤਬਦੀਲੀ ਆ ਸਕਦੀ ਹੈ? ਮੈਂ ਅਰਜ਼ ਕਰਨਾ ਪਿਆ, ਜਦੋਂ ਦੀ ਦੁਨੀਆ ਬਣੀ ਹੈ, ਯਜ਼ੀਦੀ ਫੌਜ ਵਿੱਚ ਕਿੰਨੇ ਹੈ, ਤੇ ਹਜ਼ਰਤ ਇਮਾਮ ਹੁਸੈਨ ਦੇ ਸਾਥੀ ਕਿੰਨੇ ਹੈ। ਇਹ ਜਿਹੜੀ ਹੈ ਨਾ, ਉਹ ਪਰਸੋਂ ਹੀ ਪ੍ਰੋਗਰਾਮ ਸੁਣਿਆ ਨਾ ਬੜਾ ਪਿਆਰਾ ਇਮਰਾਨ ਰਿਆਜ਼ ਖਾਨ ਦਾ, ਉਹ ਤਕਰੀਬ ਕਰਦਾ ਸੀ, ਉਹ ਅਸੀਂ ਜ਼ਰੂਰੀ ਨਹੀਂ ਕਿ ਹਰ ਜੰਗ ਜਿੱਤੀ ਜਾਂਦੀ ਹੈ, ਕੁਝ ਜੰਗਾਂ ਜ਼ਹਿਰੀ ਜਿੱਤੀ ਜਾਂਦੀਆਂ ਨੇ, ਕੁਝ ਜੰਗਾਂ ਹਾਰ ਕੇ ਵੀ ਜਿੱਤੀ ਜਾਂਦੀਆਂ। ਹਜ਼ਰਤ ਇਮਾਮ ਹੁਸੈਨ ਉਹ ਜੰਗ ਜਿਹੜੀ ਜਿੱਤੀ ਨਹੀਂ ਗਈ, ਲੇਕਿਨ ਗੱਲ ਇਹ ਹੈ ਕਿਆਮਤ ਤੱਕ ਨਾਮ ਹਜ਼ਰਤ ਇਮਾਮ ਹੁਸੈਨ ਦਾ ਹੀ ਉਹਨੇ ਜੰਗ ਜਿੱਤੀ ਹੈ। ਯਜ਼ੀਦ ਹਾਰੇ ਆ, ਉਹਦੇ ਤੇ ਲਾਂਘਾਂ ਪੈਂਦੀਆਂ, ਕਿਆਮਤ ਤੱਕ ਪੈਂਦੀਆਂ, ਜਨਮੀ ਆ ਜ਼ਹਿਰੀ ਤੌਰ ਤੇ ਜੰਗ ਹਾਰੀ ਹੈ ਤੇ ਅਸਲੀ ਤੌਰ ਤੇ ਜੰਗ ਜਿੱਤੀ ਹੈ। ਜ਼ਰੂਰੀ ਨਹੀਂ ਕਿ ਤੁਸੀਂ ਇਹ ਸਮਝੋ ਜਿਹੜੇ ਬੰਦੇ ਦਾਤਾ ਸਾਹਿਬ ਜਾ ਕੇ ਜਾਂ ਯਾਰ ਦੁਬਾਰਾ ਮੁੜ ਜਾ ਕੇ ਅਗਵਾ ਕਰਦੇ ਨੇ, ਚੋਰੀਆਂ ਕਰਦੇ ਨੇ, ਡਾਕੇ ਮਾਰਦੇ ਨੇ, ਉਹ ਜੰਗ ਜਿੱਤਦੇ ਨਹੀਂ ਹਨ, ਉਹ ਜੰਗ ਹਾਰਦੇ ਨੇ। ਅੱਛਾ ਇਹ ਦੱਸੋ, ਅੱਛਾ ਐਂਡ ਤੇ ਥੋੜਾ ਜਿਹਾ ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ, ਤੁਸੀਂ ਵੀ ਇਹ ਦੇਖਿਆ ਉੱਥੇ ਪਾਕਿਸਤਾਨ ਦੇ ਵਿੱਚ ਲੋਕਾਂ ਦੇ ਘਰਾਂ 'ਚ ਜਾਦੂ ਕੀਤੇ ਜਾਂਦੇ ਨੇ, ਕੋਈ ਕੁਛ ਕਰਦਾ, ਇਹਦੇ ਬਾਰੇ 'ਚ ਤੁਹਾਨੂੰ ਕੋਈ ਇਨਫੋਰਮੇਸ਼ਨ ਹੈਗੀ? ਜਿਹੜਾ ਜਾਦੂ ਕਰਦੇ ਨੇ ਬੰਦੇ, ਇਹ ਕਾਲਾ ਇਲਮ ਜਿਹੜਾ ਕਰਦੇ ਨੇ ਬੰਦੇ, ਜਾਦੂ ਬਰਾਕਾ ਜਾਦੂ ਹੁੰਦਾ ਹੈ। ਜਾਦੂ ਨਬੀ ਪਾਕ ਤੇ ਵੀ ਕੀਤਾ ਕੀ ਹੁੰਦੀਆਂ ਨੇ, ਲੇਕਿਨ ਗੱਲ ਇਹ ਹੈ ਜਿਹੜਾ ਇਹ ਘਰ 'ਚ ਤੁਸੀਂ ਨਮਾਜ਼ ਰੋਜ਼ਾ ਕਰਦੇ ਹੋ, ਪਾਕੀਜ਼ਗੀ ਦਾ ਖਿਆਲ ਰੱਖਦੇ ਹੋ, ਤੁਹਾਡੇ ਘਰ ਕੁਰਾਨ ਪੜ੍ਹਿਆ ਜਾਂਦਾ ਹੈ, ਉਸ ਘਰ 'ਚ ਜਾਦੂ ਨਹੀਂ ਹੁੰਦਾ। ਜਾਦੂ ਹੁੰਦਾ ਨਾਪਾਕ ਬੰਦੇ ਤੇ। ਜਿਹੜੇ ਬੰਦੇ ਤੁਸੀਂ ਆਪਣੇ ਘਰ 5 ਵਕਤ ਦੀ ਨਮਾਜ਼ ਪੜ੍ਹਦੇ ਹੋ, ਮਸਜਿਦ ਜਾਂਦੇ ਹੋ, ਕੁਰਾਨ ਦੀ ਆਵਾਜ਼ ਆਉਂਦੀ ਹੈ, ਦਰੂਦ ਸ਼ਰੀਫ ਦੀ ਆਵਾਜ਼ ਆਉਂਦੀ ਹੈ, ਉਸ ਬੰਦੇ ਤੇ ਕਾਲਾ ਇਲਮ ਨਹੀਂ ਹੁੰਦਾ। ਅੱਛਾ, ਤੁਹਾਡੇ ਤੇ ਕਦੀ ਕਿਸੇ ਨੇ ਹਮਲਾ ਕੀਤਾ ਹੈ ਜਿਹਦਾ? ਮੇਰੇ ਤੇ ਅਜੇ ਤੱਕ ਨਹੀਂ ਹੋਇਆ, ਮੇਰੇ ਮਾਂ ਬਾਪ ਤੇ ਨਹੀਂ ਹੋਇਆ, ਮੇਰੀ ਔਲਾਦ ਤੇ ਨਹੀਂ ਹੋਇਆ। ਮੈਂ ਤੇ ਘਰ ਵੜਨਾ ਜੋ ਨਬੀ ਪਾਕ ਨੇ ਫਰਮਾਇਆ, ਮੈਂ ਤੇ ਅਸਲਾਮੁ ਅਲੈਕੁਮ ਵਰਹਿਮਤੁल्लाह ਨਾ ਕੁਝ ਸੁਣੇ ਜਾਂ ਨਾ ਸੁਣੇ, ਜੋ ਹਦੀਸ ਪਾਕ ਹੈ। ਫਿਰ ਮੈਂ ਸੂਰਤ ਖਲਾਸ ਪੜ੍ਹਨਾ, ਉਸ ਤੋਂ ਬਾਅਦ ਮੈਂ ਦਰੂਦ ਸ਼ਰੀਫ ਪੜ੍ਹਨਾ। ਅੱਲਾਹ ਦੀ ਕਰਮ ਨਵਾਜ਼ੀ ਹੈ, ਮੇਰੇ ਨਾ ਬੱਚਿਆਂ ਤੇ ਨਾ ਕਿਸੇ ਤੇ, ਨਾ ਅਜ ਤੱਕ ਮੇਰੇ ਖਾਨਦਾਨ ਤੇ ਮੈਂ ਨਹੀਂ ਸੁਣਿਆ ਕਿ ਮੇਰੇ ਖਾਨਦਾਨ 'ਚ ਕਿਸੇ ਜਾਦੂ ਹੋਇਆ। ਅੱਛਾ, ਲੇਕਿਨ ਤੁਸੀਂ ਦੇਖਿਆ ਪਾਕਿਸਤਾਨ 'ਚ ਬੜੀ ਵੱਧ ਇੱਕ ਐਸੀ ਚੀਜ਼ ਹੈ ਜਿਹਦੇ ਨਾਲ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ? ਜਾਦੂ ਹੁੰਦਾ ਹੈ, ਜਾਦੂ ਹਕੀਕਤ ਹੈ। ਜਾਦੂ ਜਿਹੜਾ ਨੇਕ ਬੰਦੇ ਦਾ ਜਾਦੂ ਨਹੀਂ ਹੁੰਦਾ, ਜਿਹੜਾ ਕੁਰਾਨ ਸ਼ਰੀਫ ਪੜ੍ਹਦਾ। ਜਿਹੜੇ ਬੰਦਿਆਂ ਨੇ ਨਾ ਕਦੇ ਪਕੀਦਗੀ ਦਾ ਖਿਆਲ ਰੱਖਿਆ, ਨਾ ਕਦੇ ਉਹਨਾਂ ਆਪਣੇ ਘਰ 'ਚ ਪਕੀਦਗੀ ਰੱਖੀ ਹੈ, ਨਾ ਮਤਲਬ ਕਹਿੰਦਾ ਉਸ ਬੰਦੇ ਤੇ ਜਿਹੜੇ ਜਾਦੂ ਕਰਦੇ ਨੇ, ਜਾਦੂਕਾਰ ਜਿਹੜੇ ਬੈਠੇ ਨੇ, ਉਸ ਘਰ 'ਚ ਜਾਦੂ ਹੋ ਜਾਂਦਾ ਹੈ। ਅੱਛਾ ਇਹ ਦੱਸੋ, ਅਸੀਂ ਕਹਿੰਦੇ ਜਾਦੂ ਹੁੰਦਾ ਹੈ, ਸਾਡੇ ਪਾਕਿਸਤਾਨ ਤੇ ਨਹੀਂ ਕਿਸੇ ਨੇ ਜਾਦੂ ਕੀਤਾ ਕਿ ਇਹਦੇ ਹਾਲਾਤ ਠੀਕ ਹੋ ਜਾਣ, ਸੋ ਇਹਨੇ ਜਾਦੂਗਰ ਬੈਠੇ ਦੇ ਨੇ ਪਾਕਿਸਤਾਨ ਦੇ ਵਿੱਚ। ਸਿਆਸਤਦਾਨ ਜਾਦੂ ਜਿਹੜਾ ਕਾਲਾ ਇਲਮ ਹੁੰਦਾ, ਇਹ ਹਾਲਾਤ ਠੀਕ ਕਰਨ ਵਾਸਤੇ ਨਹੀਂ ਹੁੰਦਾ। ਅੱਛਾ, ਸਹੀ ਤੇ ਹਾਲਾਤ ਹੁੰਦੇ ਜੇ ਅੱਲਾਹ ਨੂੰ ਯਾਦ ਕੀਤਾ ਤੇ ਅੱਲਾਹ ਦੇ ਪਿਆਰੇ ਹਬੀਬ ਨੂੰ ਯਾਦ ਕੀਤਾ, ਨਮਾਜ਼ ਰੋਜ਼ਾ ਕੀਤੀਆਂ, ਸੱਚ ਤੇ ਦੌਲਤ। ਜੇ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਦੌਲਤ ਹੀ ਚੌਖੀ ਆਵੇ। ਜਵੇਦ ਸਾਹਿਬ ਤੇ ਤੁਸੀਂ ਜਿਹੜੇ ਅਮੀਰ ਹੀ ਹੋ, ਪੈਸੇ ਹੁਣ ਦੇਖੋ ਨਾ, ਹੁਣ ਜ਼ਰਦਾਰੀ ਹੈ ਜਾਂ ਨਵਾਜ਼ ਸ਼ਰੀਫ ਹੈ ਜਾਂ ਫਲੂਗੀ ਹੈ, ਇਹਨਾਂ ਦੇ ਕੋਲ ਹਾਲਾਤ ਬਿਹਤਰ ਨਹੀਂ। ਇਹਨਾਂ ਕੋਲ ਦੋਜ਼ਖ ਹੈ, ਇਹ ਜਨਮੀਨ ਹੈ, ਇਹਨਾਂ ਦੋ ਆਰਾਮ ਦੌਲਤ ਇਕੱਠੀ ਕੀਤੀ ਹੈ, ਇਹਨਾਂ ਦੇ ਨਾਲ ਖਾਣਾ ਪੀਣਾ ਵੀ ਆਰਾਮ ਹੈ। ਤੁਸੀਂ ਸਮਝਦੇ ਹੋ ਕਿ ਇੱਕ ਬੰਦੇ ਕੋਲ ਗੱਡੀ ਹੈ, ਕੋਠੀ ਹੈ, ਪੈਸਾ ਹੈ, ਉਹਦੇ ਹਾਲਾਤ ਠੀਕ ਨੇ? ਨਹੀਂ, ਉਹਦੇ ਹਾਲਾਤ ਠੀਕ ਨਹੀਂ ਹੈ। ਉਹ ਬਦਬਖਤੀ ਦੀ ਅਲਾਮਤ ਹੈ ਦੌਲਤ ਜਿਹੜੀ ਹੈ। ਹਾਲਾਤ ਠੀਕ ਤਾਂ ਹੈ, ਤੁਹਾਡੀ ਔਲਾਦ ਹੈ, ਕੁਰਾਨ ਪੜ੍ਹਦੀ ਹੈ, ਨਮਾਜ਼ ਪੜ੍ਹਦੀ ਹੈ, ਤੁਹਾਡੀ ਗੱਲ ਮੰਨਦੀ ਹੈ, ਹਲਾਲ ਦੀ ਰੋਜ਼ੀ ਕਮਾ ਕੇ ਲਿਆਉਂਦੀ ਘਰ 'ਚ, ਤੁਹਾਡੇ ਫਿਰ ਹਾਲਾਤ ਠੀਕ ਨੇ। ਅੱਛਾ ਨਹੀਂ, ਬੜੇ ਜ਼ਰਦਾਰੀ ਜ਼ਰਦੂਰੀ ਤੇ ਕਿਸੇ ਨੇ ਜਾਦੂ ਨਹੀਂ ਕੀਤਾ ਕਿ ਇਹਨਾਂ ਦਾ ਵੀ ਬੇੜਾ ਗਰਕ ਹੋ ਜੇ, ਇਹ ਬਾਜਵਾ ਲੁੱਟ ਕੇ ਖਾ ਗਿਆ। ਉਹਨਾਂ ਦੇ ਜਾਦੂ ਹੁੰਦਾ ਹੀ ਨਹੀਂ। ਇੱਕ ਦਫਾ ਹਜ਼ਰਤ ਅਲੀ ਸ਼ੇਰੇ ਖੁਦਾ ਦੇ ਇੱਕ ਯਹੂਦੀ ਨੇ ਸਵਾਲ ਕੀਤਾ, ਵਾ ਤੁਸੀਂ ਆਦੇ ਹੋ ਅਸੀਂ ਨਮਾਜ਼ ਪੜ੍ਹਨੇ ਆ ਮੁਸਲਮਾਨ ਤੇ ਸਾਨੂੰ ਵਸਵਸ ਕੇ ਆਉਂਦੇ ਨੇ, ਸਾਨੂੰ ਤਾਂ ਕਦੇ ਨਹੀਂ ਆਏ। ਤੇ ਉਹਨਾਂ ਫਰਮਾਇਆ ਵਾ ਡਾਕੂ ਪੈਂਦਾ ਹਮੇਸ਼ਾ
ਖਜ਼ਾਨੇ ਵਾਲੀ ਜਗ੍ਹਾ ਤੇ, ਚੋਰਾਂ ਦੇ ਘਰ ਕਿਸੇ ਡਾਕੂ ਨੇ ਕੀ ਪੈਣਾ? ਤੁਸੀਂ ਤੇ ਸ਼ੈਤਾਨ ਦੇ ਨਾਲ ਦੇ, ਤੁਹਾਡੇ ਤੇ ਇਹਨਾਂ ਵੀ ਜਾਦੂ ਕਿੱਥੋਂ ਆਣਾ? ਇੱਥੇ ਜਾਦੂ ਹਮੇਸ਼ਾ ਮੂਮਨ ਬੰਦੇ ਤੇ ਹੁੰਦਾ ਹੈ, ਉਹਦੇ ਤੇ ਜਾਦੂ ਨਹੀਂ ਜੀ ਹੁੰਦਾ। ਇਟਲੀ 'ਚ ਵੀ ਲੋਕੀ ਕਰਦੇ ਨੇ ਜਾਦੂ ਸ਼ਾਦੂ, ਜਾਂ ਇੱਥੇ ਵੀ ਈਸਾਈ ਵੀ ਕਰਦੇ ਜੀ, ਹੁੰਦਾ ਜੀ। ਔਰ ਹੁੰਦਾ ਜਿਹੜਾ ਜਾਦੂ ਹੈ ਬਰਾਕਾ ਕਰਨ ਵਾਲਾ ਕਾਫਰ ਹੈ। ਜਾਦੂ ਅੱਲਾ ਦੀ ਕਲਾਮ ਨੂੰ ਪੁੱਠੀ ਪੜਦੇ ਨੇ, ਸੁਣਦੇ ਮੇਰੀ ਗੱਲ ਪੇ। ਔਰ ਇੱਕ ਕਬਰਸਤਾਨ 'ਚ ਬਹਿ ਕੇ ਨਾਪਾਕ ਬੰਦੇ ਭੈੜੀਆਂ ਜੀ, ਅੱਲਾ ਤਾਲਾ ਮਾਫੀ ਦੇ, ਜਾਦੂ ਜਿਹੜਾ ਇਹ ਬਰਾਕਾ ਹੈ ਲੇਕਿਨ ਕਰਨ ਵਾਲਾ ਕਾਫਰ ਹੈ। ਜਾਦੂ ਹਰ ਮੁਲਕ 'ਚ ਹੁੰਦਾ ਹੈ, ਹਰ ਮਜ਼ਹਬ 'ਚ ਹੁੰਦਾ ਹੈ। ਅੱਛਾ, ਵੈਸੇ ਇੱਕ ਮੇਰਾ ਆਪਣਾ ਤਜਰਬਾ ਹੈ ਕਿ ਸਾਡੇ ਤੇ ਵੀ ਅੱਲਾ ਦਾ ਫਜ਼ਲ ਰਿਹਾ, ਨਮਾਜ਼ ਵਗੈਰਾ ਪੜ੍ਹਦੇ ਰਹੀਦਾ ਤੇ ਕੋਈ ਇੱਧਰ ਖਿਆਲ ਵੀ ਨਹੀਂ ਗਿਆ, ਸੋ ਅੱਲਾ ਤਾਲਾ ਦਾ ਖਾਸ ਫਜ਼ਲ ਹੈ। ਅੱਛਾ, ਇੱਕ ਚੀਜ਼ ਆਖਰ ਤੇ ਦੱਸਣਾ ਮੈਨੂੰ ਕਿ ਇਹ ਜਿਹੜਾ ਪਾਕਿਸਤਾਨ ਦੇ ਵਿੱਚ ਤੁਸੀਂ ਦੇਖਦੇ ਜੇ ਕਿ ਮਜ਼ਾਰਾਤ ਦੇ ਉੱਤੇ ਚਰਸੀ ਫੀਮੀ, ਕਬਰਸਤਾਨਾਂ 'ਚ ਚਰਸੀ ਫੀਮੀ ਨਸ਼ਈ ਸਭ ਮਿਲਦੇ ਨੇ, ਇਹ ਸਾਡੀ ਕਿਸਮਤ 'ਚ ਹੀ ਨੇ ਸਾਰਾ ਕੁਝ ਪਾਕਿਸਤਾਨ 'ਚ। ਇਹ ਇੱਥੇ ਵੀ ਹੈ ਜੇ ਸਿਰ ਗੱਲ ਹੈ, ਸਾਡੇ ਜਿਹੜਾ ਨਾ ਜ਼ਾਹਿਰ ਕਰਦੇ ਨੇ ਇੱਥੇ ਵੀ ਬੇਸਾਬੇ ਦੇ, ਯਕੀਨ ਕਰੋ ਤੁਸੀਂ ਇੱਥੇ ਯੂਰਪ ਵੀ ਤੁਸੀਂ ਜਾਂਦੇ ਆ ਤੇ ਅਸੀਂ ਜ਼ਾਹਿਰੀ ਜ਼ਿੰਦਗੀ ਤੱਕਦੇ ਆ ਸਾਹਮਣੇ ਬਾਜ਼ਾਰ 'ਚ, ਇੱਥੇ ਵੀ ਕਰਮ ਵਾਲਿਓ ਬੁਰਾਈ ਦੀ ਇੰਤਹਾ ਜੇ। ਤੁਸੀਂ ਜਾਓ ਵੀਕਐਂਡ ਤੇ ਜਨਾਬ ਲਈ ਜੋ ਕੁਝ ਉੱਥੇ ਹੁੰਦਾ ਹੈ, ਜੋ ਕੁਝ ਜ਼ਨਾਕਾਰ ਬਣੇ ਨੇ, ਜੋ ਕਿ ਪਹਿਲਾਂ ਸ਼ਰਾਬ ਪੀਂਦੇ ਨੇ, ਫਿਰ ਡਾਂਸ ਕਰਦੇ ਨੇ, ਫਿਰ ਜੋ ਕੋਈ ਰਾਤੀ ਇਹ ਕਰਦਾ ਅੱਲਾਹ ਤਾਲਾ ਮਾਫੀ ਦੇ, ਤੇ ਉਹ ਸਾਰੇ ਸਾਡੇ ਨਾਲ ਦੇ ਨਹੀਂ ਹੈ। ਇੱਥੇ ਵੀ ਸਾਰੇ ਕੋਈ ਇਹ ਤੇ ਨਹੀਂ ਬਿਲਕੁਲ ਸਾਫ ਸੁਥਰੇ ਨੇ। ਚਲੋ ਠੀਕ ਹੈ। ਪਾਕਿਸਤਾਨ ਫਿਰ ਵੀ ਹੈ ਕਿ ਸਾਡਾ ਇਸਲਾਮੀ ਮੁਲਕ ਹੈ ਤੇ ਅਸੀਂ ਬੁਰਿਆਂ ਨੂੰ ਨੋਟ ਕਰਨੀ ਹੈ, ਇਹ ਬੁਰਾਈ ਨੂੰ ਨੋਟ ਨਹੀਂ ਕਰਦੇ, ਨਾ ਇਹ ਪਬਲਿਸਿਟੀ ਕਰਦੇ। ਚਲੋ ਬਹੁਤ ਸ਼ੁਕਰੀਆ ਬਹੁਤ ਤੁਹਾਡਾ, ਥੈਂਕ ਯੂ ਜੀ। ਬਾਕੀ ਜਿਹੜਾ ਨਾ ਸਿਆਸਤ ਜਿਹੜੀ ਆ ਉਹਦੇ ਤੇ ਗੱਲ ਕਰਨੀ, ਪਰ ਤੁਸੀਂ ਜਿਸ ਟਾਈਮ ਸਮਝਿਆ ਨਾ ਕੱਲ ਕਰਾਂਗੇ ਸਿਆਸਤ ਤੇ। ਅੱਜ ਜ਼ਰਾ ਮੈਂ ਕਿ ਅੱਜ ਦੇ ਲੋਕ ਸਿਆਸੀ ਸੁਣ ਕੇ ਥੋੜੇ ਜੇ ਥਕੇ ਦੇ ਨੇ, ਥੋੜਾ ਜਿਹਾ ਬਦਲ ਕੇ ਕਰਦੇ ਸੀ। ਠੀਕ ਹੈ, ਬੜੀ ਮਿਹਰਬਾਨੀ ਸਰ, ਥੈਂਕ ਯੂ। ਅੱਜ ਕੱਲ ਨਹੀਂ, ਅੱਜ ਮਤਲਬ ਕਹਿੰਦੇ ਹੋ ਗਈ ਹੈ, ਕੱਲ ਮੈਂ ਰਹਿਤੀ ਪਰਸੋਂ ਇਨਸ਼ਾਅੱਲਾ ਜ਼ਿੰਦਗੀ ਦੀ ਖੈਰ ਵੀ ਮੌਲਾ ਜਾਏ ਤੇ ਮੰਗਣ ਨੂੰ ਕਰ। ਠੀਕ ਹੈ, ਓਕੇ, ਸਲਾਮ ਅਲੈਕੁਮ। ਮੇਰੇ ਵਾਸਤੇ ਦੁਆ ਕਰਦੇ। ਆ ਗਏ ਹੋ ਵਾਪਸ ਮਲੋਕ ਤੂੰ? ਨਹੀਂ, ਮੈਂ ਹਲੇ ਇੱਥੇ ਹੀ ਆ। ਚਲੋ ਮੈਂ ਬਾਅਦ ਚੋਂ ਕਰਨਾ। ਤੁਸੀਂ ਆਏ ਤਾਂ ਮੈਂ ਕੱਲ ਗੱਲ ਕੀਤੀ ਸੀ, ਤੁਹਾਨੂੰ ਦੱਸਿਆ ਸੀ ਨਾ ਮੈਂ ਖਤੀਜਾ ਤੋਂ ਮੈਨੂੰ ਪੇ ਕਹਿੰਦੀ ਸੀ, ਦੱਸੋ ਬਾਈ ਤੁਹਾਡੇ ਜਿਹੜੇ ਬਜ਼ੁਰਗ ਨੇ ਕਿਹੜੇ ਸ਼ਹਿਰ ਦੇ ਜਿਹਦੇ ਨਜ਼ਦੀਕ ਨੇ ਮੇਰੇ ਘਰ ਤੋਂ, ਤੇ ਮੈਂ ਉਹਨਾਂ ਨੂੰ ਬੰਦਾ ਦੇਣੀ ਆ ਜਿਹੜੀ ਟ੍ਰਾਂਸਲੇਟ ਕਰੇ ਮੁਫਤ ਬਗੈਰ ਪੈਸਿਆਂ ਤੋਂ, ਉਹਨਾਂ ਦੀ ਪੂਰੀ ਮਦਦ ਕਰੇ। ਤੇ ਜੇ ਦੂਰ ਆਉਣੋਂ ਆਦੀ ਹੈ, ਜੇਕਰ ਤੁਹਾਡੇ ਹੁਣ ਪਾਕਿਸਤਾਨੀ ਯਕੂਬ ਤੋਂ ਆਣਾ, ਮੈਂ ਇਸਲਾਮਾਬਾਦ ਦੇ ਨਜ਼ਦੀਕ ਆ ਤੇ ਕਰਾਚੀ ਕਿੰਨੀ ਦੂਰ ਹੈ, ਤੇ ਫਿਰ ਬੰਦਾ ਕਰਾਚੀ ਹੋਵੇ ਕੀ ਪਤਾ ਤੁਹਾਨੂੰ ਕਿਹੜੇ ਸ਼ਹਿਰ ਦੱਸੋ ਮੈਨੂੰ, ਜਾਂ ਅੱਗੂ ਦੁਬਾਰਾ। ਅੱਛਾ, ਪ੍ਰੋਗਰਾਮ ਚੱਲ ਰਿਹਾ ਹੈ ਤੇ ਮੇਰਾ ਆਪਣਾ ਪ੍ਰੋਗਰਾਮ ਚੱਲ ਰਿਹਾ, ਫਿਰ ਕਰਨੇ ਗੱਲ ਇਹਦੇ ਤੇ ਬਾਅਦ ਚ। ठीक है, ठीक है जनाब, अल्लाह के वाले, खुदा। नाजरीन, ये यकूब साहब थे और आज मैंने इसलिए ये मौजू थोड़ा सा तब्दील किया कि शिरक सबसे बड़ा गुनाह है और पाकिस्तान में बदकिस्मती से हमारी कौम जो है वो शिरक में मुब्तला हो चुकी है और इस यही वजह है कि आज कौम पर मुख्तलिफ़ किस्म की मुसीबतें खड़ी हैं, मुख्तलिफ़ किस्म के अजाब हैं, ज़हनी सुकून नहीं है। अगर आप जो लोग दूसरे मालिक में जाते हैं, तरक्की याफ्ता मालिक में, वहाँ देखें जो मर्जी है, उनके गुनाह है, जो कुछ भी है, मगर उनकी आवाम को खाना पीना अच्छा मिले। सब्सक्राइब करें।